ਹਾਈ ਫਰੈਂਡਸ, ਇਟਸ ਦੀਪਿਕਾ ਹੇਅਰ। ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜੇ ਵੀ ਬੱਚੇ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰ ਰਹੇ ਆ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਕਿਉਂ? ਬਿਕੋਜ਼ ਉਹਨਾਂ ਦੇ ਗ੍ਰਾਮੈਟੀਕਲ ਰੂਲਸ ਕਲੀਅਰ ਨਹੀਂ ਹੁੰਦੇ। ਉਹਨਾਂ ਦੀ ਕਟ ਆਫ ਕਦੇ 0.5 0.75 1 ਔਰ 2 ਮਾਰਕਸ 'ਤੇ ਕਲੀਅਰ ਨਹੀਂ ਹੁੰਦੀ। ਸੋ ਅੱਜ ਆਪਾਂ ਇੰਗਲਿਸ਼ ਨੂੰ ਬੇਸਿਕ ਲੈਵਲ ਤੋਂ ਪੜ੍ਹਨਾ ਸਟਾਰਟ ਕਰਦੇ ਹਾਂ। I think we should start with tense. So let's move to the topic. Actually, topic आपने को लिया है time and tense. From your childhood, ਤੁਸੀਂ ਇਹ ਪੜ੍ਹਿਆ ਹੀ ਹੋਊਗਾ ਕਿ tense mainly 3 types ਦਾ ਹੁੰਦਾ ਹੈ। First one is present tense. And second one is past tense and third one is future tense. अगर आप केयरफुली देखिए कि future always as a modal count ਹੁੰਦਾ है and present and past are included in tense. And one thing is to remember here is that each tense has 4 types. These types are, first one is indefinite tense. हरेक tense ਦੀਆਂ ਆਪਣੇ ਕੋਲੇ 4 types ਹੁੰਦੀਆਂ ਨੇ। First one ਕਿਹੜੀ ਹੈ ਉਹਨਾਂ ਚੋਂ? indefinite. Second one is continuous tense. Third one is perfect tense and fourth one is perfect continuous tense. Today we will discuss about only present tense. So let's move to the tense. First type is present indefinite tense. As I already told you that each tense has 4 types. That first one is indefinite tense. ਹੁਣ ਆਪਾਂ ਕਿੱਦਾਂ ਰੈਕੋਗਨਾਈਜ਼ ਕਰਾਂਗੇ ਕਿ ਕੋਈ ਵੀ ਟੈਂਸ ਆਪਣੇ ਕੋਲੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ? ਜਦੋਂ ਕਿਸੇ ਵੀ ਟੈਂਸ ਦੇ ਪਿੱਛੇ ਦਾ ਹੈ, ਦੀ ਹੈ, ਦੇ ਹਨ ਲੱਗਿਆ ਹੁੰਦਾ ਹੈ, ਦਾ ਹੈ, ਦੀ ਹੈ ਔਰ ਦੇ ਹਨ ਲੱਗਿਆ ਹੋਵੇ ਤਾਂ ਉਹ ਟੈਂਸ ਪ੍ਰੈਜ਼ੈਂਟ ਇੰਡੈਫੀਨਿਟ ਦੇ ਅੰਡਰ ਕੰਟੇਨ ਹੋਊਗਾ। ਜਾਂ ਫਿਰ ਆਪਾਂ ਇੱਦਾਂ ਵੀ ਬੋਲ ਸਕਦੇ ਹਾਂ ਕਿ ਕੋਈ ਵੀ ਰਿਪੀਟਡ ਐਕਸ਼ਨ ਔਰ ਰੈਗੂਲਰ ਔਰ ਹੈਬਚੁਅਲ ਐਕਸ਼ਨਸ ਨੂੰ ਆਪਾਂ ਪ੍ਰੈਜ਼ੈਂਟ ਟੈਂਸ ਦੇ ਅੰਡਰ ਰੱਖਾਂਗੇ। ਰਿਪੀਟਡ ਮੀਨਸ ਜਿਹੜੀ ਵੀ ਚੀਜ਼ ਔਰ ਜਿਹੜੀ ਵੀ ਥਿੰਗ ਆਪਾਂ ਸਾਲ ਬਾਅਦ, ਮਹੀਨੇ ਬਾਅਦ ਇੱਦਾਂ ਰਿਪੀਟ ਹੁੰਦੀ ਹੈ ਤਾਂ ਉਹਨੂੰ ਆਪਾਂ ਪ੍ਰੈਜ਼ੈਂਟ ਟੈਂਸ ਦੇ ਨਾਲ ਕੰਟੇਨ ਕਰਾਂਗੇ। ਰੈਗੂਲਰ ਐਕਸ਼ਨ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸੁਬਾਹ ਰੋਜ਼ ਵਾਕ ਕਰਨ ਜਾਂਦੇ ਹਾਂ ਤਾਂ ਇਹ ਆਪਣਾ ਰੈਗੂਲਰ ਹੈਬਿਟ ਹੈ। ਹੈਬਚੁਅਲ ਮੀਨਸ ਆਪਣੀ ਹੈਬਿਟ ਬਣੀ ਹੋਈ ਹੈ ਕਿ ਆਪਾਂ ਡੇਲੀ ਨਿਊਜ਼ਪੇਪਰ ਰੀਡ ਕਰਨਾ ਹੀ ਕਰਨਾ ਹੈ। ਸੋ ਜਿਹੜੇ ਵੀ ਟੈਂਸ ਦੇ ਪਿੱਛੇ ਦਾ ਹੈ, ਦੀ ਹੈ, ਦੇ ਹਨ ਲੱਗਿਆ ਹੋਵੇ ਤਾਂ ਉਹਨੂੰ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਅੰਡਰ ਕੰਟੇਨ ਕਰਦੇ ਹਾਂ। ਐਂਡ ਵਨ ਥਿੰਗ ਇਜ਼ ਟੂ ਰਿਮੈਂਬਰ ਹੇਅਰ ਦੈਟ ਆਲ ਯੂਨੀਵਰਸਲ ਟਰੂਥ ਆਰ ਕੰਟੇਨਡ ਇਨ ਪ੍ਰੈਜ਼ੈਂਟ ਟੈਂਸ। ਕੋਈ ਵੀ ਯੂਨੀਵਰਸਲ ਟਰੂਥ ਹੈ ਆਪਣਾ, ਜਿਵੇਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਓਕੇ, ਦੈਟ ਇਜ਼ ਅ ਯੂਨੀਵਰਸਲ ਟਰੂਥ। ਸੂਰਜ ਪੂਰਬ ਵਿੱਚੋਂ ਨਿਕਲਦਾ, that is also a universal truth. The sun sets in the west is also universal truth. So ਇਹਦੇ ਵਿੱਚ ਆਪਣੇ ਕੋਲ ਪੈਟਰਨ ਕੀ ਫੋਲੋ ਕਰਾਂਗੇ ਆਪਾਂ? ਫਸਟ ਵਨ ਇਜ਼ ਸਬਜੈਕਟ। ਜਦੋਂ ਵੀ ਆਪਾਂ ਟੈਂਸ ਨੂੰ ਲਿਖਾਂਗੇ ਤਾਂ ਉਦੋਂ ਆਪਾਂ ਇਹ ਵਾਲਾ ਪੈਟਰਨ ਫੋਲੋ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਬਜੈਕਟ ਪਲੇਸ ਕਰਾਂਗੇ। ਆਫਟਰ ਦੈਟ ਵੀ ਸ਼ੁੱਡ ਪਲੇਸ ਹੇਅਰ ਵਰਬ, ਦੈਨ ਆਬਜੈਕਟ। ਸਿੰਪਲ ਜਿਹਾ ਫੰਡਾ ਹੈ ਕਿ ਸਭ ਤੋਂ ਪਹਿਲਾਂ ਆਪਾਂ ਨੇ ਸਬਜੈਕਟ ਰੱਖਣਾ। ਹੁਣ ਸਬਜੈਕਟ ਹੁੰਦਾ ਕੀ ਹੈ? ਵਟ ਇਜ਼ ਅ ਸਬਜੈਕਟ?
ਸਬਜੈਕਟ ਕੰਮ ਕਰਨ ਵਾਲੇ ਨੂੰ ਕਹਿੰਦੇ ਆ ਆਪਾਂ। ਜੋ ਵੀ ਸੈਂਟੈਂਸ ਦੇ ਵਿੱਚ ਕੰਮ ਕਰ ਰਿਹਾ ਉਹਨੂੰ ਆਪਾਂ ਸਬਜੈਕਟ ਕਾਊਂਟ ਕਰਾਂਗੇ। ਵਰਬ ਹੁੰਦੀ ਹੈ ਕੀ ਕੰਮ ਹੋ ਰਿਹਾ। ਓਕੇ, ਵਰਬ ਐਕਚੁਅਲੀ ਕਿਰਿਆ ਹੁੰਦੀ ਹੈ ਇੱਕ ਤਰ੍ਹਾਂ ਦੀ, ਇਹਨੂੰ ਆਪਾਂ ਕਿਰਿਆ ਦੇ ਵਿੱਚ ਕਾਊਂਟ ਕਰਦੇ ਹਾਂ। ਕੋਈ ਵੀ ਕੰਮ ਜਿਹੜਾ ਹੋ ਰਿਹਾ ਆਬਜੈਕਟ ਹੁੰਦਾ, ਮਤਲਬ ਕੋਈ ਵੀ ਥਿੰਗ। ਹੁਣ ਆਪਣੇ ਕੋਲੇ ਜਦੋਂ ਵੀ ਸਬਜੈਕਟ ਪਲੂਰਲ ਹੋਊਗਾ, ਪਲੂਰਲ ਤੁਹਾਨੂੰ ਪਤਾ ਹੀ ਹੋਊਗਾ, ਪਲੂਰਲ ਹੁੰਦਾ ਬਹੁਵਚਨ, ਮੀਨਸ ਜਬ ਮੋਰ ਦੈਨ ਸਿੰਗੂਲਰ। ਇੱਕ ਹੁੰਦਾ ਸਿੰਗੂਲਰ, ਇੱਕ ਹੁੰਦਾ ਪਲੂਰਲ। ਸਿੰਗੂਲਰ ਹੁੰਦਾ ਇੱਕ ਜਣਾ, ਪਲੂਰਲ ਹੁੰਦਾ ਮੋਰ ਦੈਨ ਵਨ। ਸੋ ਜਦੋਂ ਵੀ ਆਪਣੇ ਕੋਲ ਪਲੂਰਲ ਕੇਸ ਹੋਊਗਾ, ਫੋਰ ਐਗਜ਼ਾਮਪਲ ਜਦੋਂ ਵੀ ਆਪਣੇ ਕੋਲ ਸਬਜੈਕਟ ਵੀ, ਯੂ ਔਰ ਦੇ ਹੋਣਗੇ ਤਾਂ ਉਹਨਾਂ ਨੂੰ ਆਪਾਂ ਇਹ ਵਾਲਾ ਪੈਟਰਨ ਫੋਲੋ ਕਰਾਂਗੇ। ਸਭ ਤੋਂ ਪਹਿਲਾਂ ਸਬਜੈਕਟ ਪਲੇਸ ਕਰਾਂਗੇ, ਆਫਟਰ ਦੈਟ ਵਰਬ, ਫਸਟ ਫॉर्म ऑफ वर्ब, ਦੈਨ ऑब्जेक्ट। ਬਸ ਇਹੀ ਪੈਟਰਨ ਤੁਸੀਂ ਯਾਦ ਰੱਖਣਾ ਕਿ ਜਦੋਂ ਵੀ ਪ੍ਰੈਜ਼ੈਂਟ ਇੰਡੈਫੀਨਿਟ ਦਾ ਕੋਈ ਵੀ ਟੈਂਸ ਸੈਂਟੈਂਸ ਆਪਾਂ ਨੇ ਰਾਈਟ ਕਰਨਾ ਤਾਂ ਆਪਣੇ ਕੋਲ ਇਹ ਵਾਲਾ ਪੈਟਰਨ ਫੋਲੋ ਹੋਊਗਾ, ਦੈਟ ਇਜ਼ ਸਬਜੈਕਟ ਪਲਸ ਫਸਟ ਫॉर्म ऑफ वर्ब ਦੈਨ ऑब्जेक्ट if we have plural case. For example, ਅਸੀਂ ਕ੍ਰਿਕਟ ਖੇਡਦੇ ਹਾਂ। ਪਿੱਛੇ ਆਪਣੇ ਕੋਲੇ ਦੇ ਹਾਂ, ਮੀਨਸ ਇਹ ਟੈਂਸ ਕਿਹੜਾ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ ਪਹਿਚਾਣ ਹੀ ਇੱਥੋਂ ਹੁੰਦੀ ਹੈ ਕਿ ਕਿਸੇ ਵੀ ਟੈਂਸ ਦੇ ਪਿੱਛੇ ਕੀ ਲੱਗਿਆ ਹੋਵੇ, ਦਾ ਹੈ, ਦੀ ਹੈ, ਦੇ ਹਨ। ਓਕੇ, ਹੁਣ ਆਪਾਂ ਇਹਨੂੰ ਕਿਵੇਂ ਬਣਾਵਾਂਗੇ। ਅਸੀਂ ਆ ਗਿਆ, ਦੈਟ ਮੀਨਸ ਇਟ ਇਜ਼ ਅ ਪਲੂਰਲ ਸਬਜੈਕਟ। ਅਸੀਂ ਦੀ ਇੰਗਲਿਸ਼ ਕੀ ਹੁੰਦੀ ਹੈ, ਵੀ। ਸਭ ਤੋਂ ਪਹਿਲਾਂ ਆਪਾਂ ਸਬਜੈਕਟ ਪਲੇਸ ਕੀਤਾ, ਆਫਟਰ ਦੈਟ ਵਰਬ ਦੀ ਫਸਟ ਫॉर्म, ਦੈਨ ऑब्जेक्ट ਪਲੇਸ ਕਰਨਾ। ਵੀ ਹੁਣ ਕਿਰਿਆ ਕੀ ਹੋ ਰਹੀ ਹੈ ਇਹਦੇ ਵਿੱਚ, ਖੇਡਦੇ ਹਾਂ, ਮੀਨਸ ਵੀ ਪਲੇ। फर्स्ट फॉर्म ऑफ वर्ब इज प्ले, ऑब्जेक्ट इज क्रिकेट। की खेल रहे हो, क्रिकेट, मीन्स क्रिकेट इज एन ऑब्जेक्ट। गॉट इट। ਜਦੋਂ ਵੀ ਆਪਣੇ ਕੋਲ ਪਲੂਰਲ ਕੇਸ ਹੋਊਗਾ ਤਾਂ ਆਪਣੇ ਕੋਲ ਪੈਟਰਨ ਫੋਲੋ ਹੋਊਗਾ, ਸਬਜੈਕਟ ਦੈਨ ਫਸਟ ਫॉर्म ऑफ वर्ब ਦੈਨ ऑब्जेक्ट। ਨਾਓ ਮੂਵ ਟੂ ਦਾ ਸੈਕਿੰਡ ਪੈਟਰਨ। ਪਹਿਲਾਂ ਆਪਾਂ ਪੜ੍ਹਿਆ ਸੀ ਕਿ ਜਦੋਂ ਵੀ ਆਪਣੇ ਕੋਲ ਸਬਜੈਕਟ ਪਲੂਰਲ ਹੋਊਗਾ ਤਾਂ ਆਪਾਂ ਪੈਟਰਨ ਫੋਲੋ ਕਰਾਂਗੇ ਹੀ, ਸਬਜੈਕਟ ਪਲਸ ਫਸਟ ਫॉर्म ऑफ वर्ब ਦੈਨ ऑब्जेक्ट। ਇਹ ਉਦੋਂ ਹੀ ਫੋਲੋ ਕਰਾਂਗੇ ਜਦੋਂ ਆਪਣੇ ਕੋਲੇ ਸਬਜੈਕਟ ਪਲੂਰਲ ਹੋਊਗਾ। ਹੁਣ ਅਗਰ ਸਬਜੈਕਟ ਸਿੰਗੂਲਰ ਆਵੇ, ਫॉर एग्जाम्पल ਹੀ, ਸ਼ੀ ਔਰ ਇਟ ਆਵੇ ਤਾਂ ਇਹਦੇ ਵਿੱਚ ਆਪਾਂ ਕੀ ਪੈਟਰਨ ਫੋਲੋ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਲਗਾਵਾਂਗੇ ਸਬਜੈਕਟ, ਫਿਰ ਲਗਾਵਾਂਗੇ ਫਸਟ ਫॉर्म ऑफ वर्ब, ਦੈਨ ਆਪਾਂ ਐਡ ਕਰਾਂਗੇ ਇੱਥੇ ਐਸ ਔਰ ਈ ਐਸ। ਇਟ ਵਿਲ ਬੀ ਐਡਡ ਅਕੋਰਡਿੰਗ ਟੂ ਦਾ ਵਰਬ, ਦੈਨ ਆਪਾਂ ਪਲੇਸ ਕਰਾਂਗੇ ਇੱਥੇ ऑब्जेक्ट। ਬਸ ਇਹਦੇ ਵਿੱਚ ਇਹੀ ਡਿਫਰੈਂਸ ਹੈ ਕਿ ਪਹਿਲਾਂ ਅਗਰ ਆਪਣੇ ਕੋਲ ਪਲੂਰਲ ਕੇਸ ਹੈ ਤਾਂ ਆਪਾਂ ਉੱਥੇ ਐਸ ਔਰ ਈ ਐਸ ਨਹੀਂ ਯੂਜ਼ ਕਰਾਂਗੇ, ਜਦੋਂ ਆਪਣੇ ਕੋਲ ਸਿੰਗੂਲਰ ਕੇਸ ਹੈ ਤਾਂ ਆਪਾਂ ਉੱਥੇ ਐਸ ਔਰ ਈ ਐਸ ਯੂਜ਼ ਕਰਾਂਗੇ ਵਿਦ ਫਸਟ ਫॉर्म ऑफ वर्ब। ਹੁਣ ਆਪਾਂ ਇਹਨੂੰ ਐਗਜ਼ਾਮਪਲ ਦੇ ਨਾਲ ਸਮਝਾਂਗੇ। ਪਹਿਲਾਂ ਆਪਾਂ ਬਣਾਇਆ ਸੀ ਟੈਂਸ, ਅਸੀਂ ਕ੍ਰਿਕਟ ਖੇਡਦੇ ਹਾਂ। ਹੁਣ ਮੈਂ ਬਣਾਉਂਗੀ ਤੁਸੀਂ ਇੱਥੇ ਲਿਖੋ, ਉਹ ਕ੍ਰਿਕਟ ਖੇਡਦਾ ਹੈ। ਹੁਣ ਇਹ ਟੈਂਸ ਪਿੱਛੋਂ ਆਪਾਂ ਨੇ ਰੈਕੋਗਨਾਈਜ਼ ਕਰ ਲਿਆ ਕਿ ਪਿੱਛੇ ਦਾ ਹੈ ਲੱਗਿਆ ਹੋਇਆ, ਮੀਨਸ ਟੈਂਸ ਕੀ ਹੈ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਹੁਣ ਉਹ ਕੀ ਹੁੰਦਾ, ਸਿੰਗੂਲਰ ਕੇਸ, ਮੀਨਸ ਇੱਕ ਪਰਸਨ ਹੈ, ਮੀਨਸ ਸਬਜੈਕਟ ਕੀ ਹੈ ਆਪਣਾ, ਸਿੰਗੂਲਰ। ਕ੍ਰਿਕਟ ਕੀ ਹੈ, ऑब्जेक्ट। ਖੇਡਦਾ ਹਾਂ ਕੀ ਹੈ, ਖੇਡਦਾ ਹੈ ਕੀ ਹੈ, ਵਰਬ। ਹੁਣ ਸਭ ਤੋਂ ਪਹਿਲਾਂ ਆਪਾਂ ਕੀ ਲਗਾਉਣਾ ਇੱਥੇ, ਉਹ ਕ੍ਰਿਕਟ ਖੇਡਦਾ ਹੈ। At first we should place here subject, then first form of verb, then s or es,
दैन ऑब्जेक्ट। सब तो पहला सब्जैक्ट की है, ओह मीनस ही। दैन फर्स्ट फॉर्म ऑफ वर्ब, ओह क्रिकेट खेडदा है। खेडदा है इज़ अ वर्ब। ही प्ले इज़ फर्स्ट फॉर्म ऑफ वर्ब। दैन वी शुड एड हेयर एस और ई एस। प्ले नाल की लगदा हुंदा ऑलवेज एस, नॉट ई एस। दैन ऑब्जेक्ट की लगूगा क्रिकेट। क्रिकेट इज़ अ गेम दैट इज़ अ ऑब्जेक्ट। ही प्लेज क्रिकेट। ਜਦੋਂ ਆਪਾਂ ਬਣਾਇਆ ਸੀ ਉਹ ਕ੍ਰਿਕਟ ਖੇਡਦੇ ਹਨ ਤਾਂ ਆਪਾਂ ਇੱਥੇ ਪਲੇਸ ਕੀਤਾ ਸੀ ਵੀ ਪਲੇ ਕ੍ਰਿਕਟ। देयर इज़ वेरी माइनर डिफरेंस दैट वी शुड प्लेस हेयर एस और हेयर ओनली फर्स्ट फॉर्म ऑफ वर्ब। ਜਦੋਂ ਆਪਣੇ ਕੋਲ ਸਿੰਗੂਲਰ ਸਬਜੈਕਟ ਹੋਊਗਾ ਤਾਂ ਆਪਾਂ ਉਹਦੇ ਨਾਲ फर्स्ट फॉर्म नाल एस प्लेस करांगे और अगर अपने कोल प्लूरल सबजैक्ट होगा तो आप ओनली वर्ब की फर्स्ट फॉर्म यूज़ करांगे। यही दोनों के विच डिफरेंस है। हुण कई बच्चे सोचते होंगे कि प्लूरल केस भी कर लिया, आप सिंगूलर केस भी कर लिया, बट आप की लैफ्ट किता आई। हुण सारे ने कमेंट करके दसियो कि आई एज अ प्लूरल काउंट करांगे या फिर सिंगुलर काउंट करांगे अकॉर्डिंग टू यू। बट अकॉर्डिंग टू मी आई इज़ ऑलवेज प्लूरल इन केस। सो आई नाल भी ओवला पैटर्न फॉलो होगा जो कि आप प्लूरल नाल कीता है। मीनस मैं क्रिकेट खेलदा हाँ, आई प्ले क्रिकेट। ओके, I is always plural in case, so we should place here only first form of verb then object. Got it? Look at these examples too. First one is he cooks food. Here he is a subject, cooks is a verb, first form of verb plus s, and food is object. As I already told you that he is singular in case, so we should place here first form of verb plus s or es or object. Second one is ਉਹ ਭਾਸ਼ਣ ਦਿੰਦਾ ਹੈ। ਕਿਵੇਂ ਬਣਾਵਾਂਗੇ ਆਪਾਂ ਇਹਨੂੰ? ਉਹ ਭਾਸ਼ਣ ਦਿੰਦਾ ਹੈ। ਪਿੱਛੇ ਆ ਗਿਆ ਦਾ ਹੈ, ਇਟ ਮੀਨਸ ਇਟ ਇਜ਼ ਪ੍ਰੈजेंट इंडेफिनिट टेंस। ਉਹ इज सब्जेक्ट, भाषण इज ऑब्जेक्ट। एट फर्स्ट ही दिंदा है, दिंदा है इज अ वर्ब। ही अटर्स a speech। he is singular subject and utter is a verb, first form of verb plus s, and speech is a object. Got it? Now we will take a plural case. बच्चे अखबार पढ़ते हैं। This is also present indefinite tense. बच्चे is a plural subject and अखबार is an object. पढ़ते हैं is a verb. So at first we should place here subject, after that first form of verb then object. यही पैटर्न मैं ਤੁਹਾਨੂੰ ऑलरेडी पढ़ाया कि ਜਦੋਂ भी अपने को प्लूरल केस आ जाए तो उत्थे आप सबजैक्ट लगाने, वर्ब की फर्स्ट फॉर्म लगाने और ऑब्जेक्ट लगाने। अगर अपने को सिंगूलर केस आए तो इत्थे फर्स्ट फॉर्म ऑफ वर्ब के नाल एस और एस ई एस प्लेस करते हैं।
ਹੁਣ ਇਹਨੂੰ ਆਪਾਂ ਕਿਵੇਂ ਬਣਾਵਾਂਗੇ? ਬੱਚੇ ਦ ਚਿਲਡਰਨ ਚਾਈਲਡ ਹੁੰਦਾ ਬੱਚਾ, ਚਿਲਡਰਨ ਹੁੰਦਾ ਬੱਚੇ। ਦ ਚਿਲਡਰਨ ਕੀ ਸੀ ਆਪਣੇ ਕੋਲੇ? ਬੱਚੇ ਅਖਬਾਰ ਪੜ੍ਹਦੇ ਹਨ। ਦ ਚਿਲਡਰਨ ਰੀਡਸ a newspaper. Got it? The children is subject, reads is a verb, a newspaper is a object. Now tell me, is this sentence is correct or incorrect? Yes, this sentence is incorrect because the children is a plural subject, but here we place reads. We should place here only read a newspaper. The children read a newspaper. Okay, this sentence will be like this. Now take another sentence. If there is name of anyone, then how will it make? Suppose there is a Ram. Ram खाना खांदा है. Here it is da hai. This means this is also present indefinite tense. ਹੁਣ ਆਪਾਂ ਇਹਨੂੰ ਕਿਵੇਂ ਬਣਾਵਾਂਗੇ? Ram is a singular person. That means it is a singular case. So Ram, here is a subject, then first form of verb s or es, then object. Ram is a singular case, then we should place here first form of verb, that means eat, then s or es, then object, that is food. Ram eats food. Got it? Next move to another sentence. चपड़ासी घंटी वजांदा है. चपड़ासी घंटी वजांदा है. It is also present indefinite tense. Then we should place here subject. Chapdasi is a subject. The peon is a singular subject. The peon rings the bell. Okay, the peon rings the bell. Now let's move to universal truth. ਧਰਤੀ ਸੂਰਜ ਦੁਆਲੇ ਘੁੰਮਦੀ ਹੈ. It is a universal truth, as you know. ਹੁਣ ਧਰਤੀ ਇਹਦੇ ਵਿੱਚ ਕੀ ਹੈ? The earth is a subject. Suraj means sun is an object. ਦੁਆਲੇ ਘੁੰਮਦੀ ਹੈ is a verb. Now how it will make? The earth, here it is subject. Then we should place here first form of verb. The earth moves s or es. Then we should place here object. The earth moves around the sun.
Look at this. The earth is a subject and moves is a first form of verb plus s or es around चारे पासे. The sun is an object. Okay. This is a universal truth, so we should include it into present indefinite tense. Another universal truth is पानी 100 डिग्री सेल्सियस ते उबलता है. पानी 100 डिग्री सेल्सियस ते उबलता है. It is also universal truth. Then we should make it like the water boils at 100 degrees Celsius. Okay, the water is a subject, boils is a verb first plus s or es, and then 100 degrees Celsius is a object here. Got it? ਓਕੇ, ਅੱਜ ਤੁਸੀਂ ਪੜ੍ਹਿਆ ਕਿ ਪ੍ਰੈਜ਼ੈਂਟ ਇੰਡੈਫੀਨਿਟ ਦਾ ਜਦੋਂ ਵੀ ਆਪਣੇ ਕੋਲੇ ਸਿੰਪਲ ਕੇਸ ਆ ਜਾਵੇ ਤਾਂ ਆਪਾਂ ਉਹਨੂੰ ਕਿੱਦਾਂ ਰਾਈਟ ਕਰਦੇ ਹਾਂ ਸੈਂਟੈਂਸ ਨੂੰ. ਹੁਣ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹ ਪੜ੍ਹਾਂਗੇ ਕਿ ਅਗਰ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦਾ ਕੋਈ ਵੀ ਇੰਟਰੋਗੇਟਿਵ ਔਰ ਨੈਗੇਟਿਵ ਟੈਂਸ ਆਉਂਦਾ ਤਾਂ ਉਹਨੂੰ ਕਿੱਦਾਂ ਆਪਾਂ ਡੀਲ ਕਰਾਂਗੇ. ਓਕੇ, ਨੈਗੇਟਿਵ ਸੈਂਟੈਂਸ ਉਹ ਹੁੰਦੇ ਆ ਜਿਹਦੇ ਵਿੱਚ ਆਪਣੇ ਕੋਲੇ ਨੋਟ ਲੱਗਿਆ ਹੋਵੇ, ਐਂਡ ਇੰਟਰੋਗੇਟਿਵ sentences are those sentences which ask any question to us. Okay, negative sentence ਦੇ ਵਿੱਚ always not ਲੱਗਿਆ ਹੁੰਦਾ, and interrogative sentence ਦੇ ਵਿੱਚ always ਕੋਈ ਵੀ question ask ਕੀਤਾ ਹੁੰਦਾ. For example, what do you want, where is your home, and what is your name. And if I say he doesn't like coffee, that means it is a present indefinite tense or negative sentence. So guys, ਅੱਜ ਆਪਾਂ ਪੜ੍ਹਿਆ ਕਿ ਜਦੋਂ ਵੀ ਪ੍ਰੈਜ਼ੈਂਟ ਇੰਡੈਫੀਨੇਟ ਦਾ ਸਿੰਪਲ ਕੇਸ ਆ ਜਾਏ ਤਾਂ ਉਹਨੂੰ ਕਿੱਦਾਂ ਡੀਲ ਕਰੀਦਾ, ਐਂਡ ਕੱਲ੍ਹ ਆਪਾਂ ਪੜ੍ਹਾਂਗੇ ਕਿ ਨੈਗੇਟਿਵ ਔਰ ਇੰਟਰੋਗੇਟਿਵ ਸੈਂਟੈਂਸ ਕੀ ਹੁੰਦੇ ਆ. Okay, if you have any query related to this topic, then please comment below to ask your query. I will respond to you, and please give me your feedback so that I can make more videos according to your demand. Okay, thank you for watching.